ਸਤਨਾਮ ਵਾਹਿਗੁਰੂ ਸਾਹਿਬ ਜੀਓ। ਤਰਨ ਗਗਨ ਨਵਖੰਡ ਮੈਂ ਜੋਤ ਸਰੂਪੀ ਰਹਿਓ ਭਰ। ਭੰਨ ਮਥੁਰਾ ਕਛ ਭੇਦ ਨਹੀਂ। ਗੁਰ ਅਰਜੁਨ ਪ੍ਰਤੱਖ ਹਰ। ਭੰਨ ਮਥੁਰਾ ਕਛ ਭੇਦ ਨਹੀਂ। ਗੁਰ ਅਰਜੁਨ ਪ੍ਰਤੱਖ ਹਰ। ਗੌੜੀ ਮਹਿਲਾ ਪਹਿਲਾ। ਹਠ ਕਰ ਮਰੈ ਨਾ ਲਿਖੈ ਪਾਵੈ। ਵੇਸ ਕਰੈ ਬਹੁ ਭਸਮ ਲਗਾਵੈ। ਨਾਮ ਵਿਸਾਰ ਬਹੁਰ ਪਛਤਾਵੈ। ਤੂੰ ਮਨ ਹਰਿ ਜੀਓ ਤੂੰ ਮਨ ਸੁਖ। ਨਾਮ ਵਿਸਾਰ ਸਹੇ ਜਮ ਦੁਖ। ਤੂੰ ਮਨ ਹਰਿ ਜੀਓ ਤੂੰ ਮਨ ਸੁਖ। ਨਾਮ ਵਿਸਾਰ ਸਹੇ ਜਮ ਦੁਖ। ਰਹਾਉ ਚੁਆ ਚੰਦਨ ਅਗਰ ਕਪੂਰ। ਮਾਇਆ ਮਗਨ ਪਰਮ ਪਦ ਦੂਰ। ਨਾਮ ਵਿਸਾਰਿਐ ਸਭ ਕੂੜੋ ਕੂਰ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗਰੀਬ ਨਵਾਜ ਬਾਦਸ਼ਾਹ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਜੁੜ ਬੈਠੇ ਗੁਰੂ ਸਵਾਰੇ ਭਾਗੇ ਹਾਂ। ਸਾਹਿਬਾਂ ਨੇ ਬਖਸ਼ਿਸ਼ ਕੀਤੀ ਹੈ। ਲੜੀਵਾਰ ਅੰਮ੍ਰਿਤ ਬਾਣੀ ਦੀ ਵਿਚਾਰ ਕਰਦਿਆਂ ਗੌੜੀ ਰਾਗ ਦੀਆਂ ਅਸ਼ਟਪਦੀਆਂ ਵਿਚਾਰ ਰਹੇ ਹਾਂ। ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 226 ਪਰ ਸੁਭਾਇਮਾਨ ਹੈ। ਇਸ ਅਸ਼ਟਪਦੀ ਦਾ
ਰਹਾਉ ਦਾ ਬੰਦ ਤੇ ਪਹਿਲੇ 2 ਬੰਦ ਅਸੀਂ ਮੰਗਲ ਰੂਪ ਵਿੱਚ ਪੜ੍ਹੇ ਨੇ। ਅਸ਼ਟ ਦਾ ਮਤਲਬ 8 ਹੁੰਦਾ, ਤੇ ਜਿਹਦੇ 8 ਪਦੇ ਹੋਣ ਉਹਨੂੰ ਅਸੀਂ ਅਸ਼ਟਪਦੀ ਆਖਦੇ। ਸਤਿਗੁਰ ਨੇ ਜੋ ਬਖਸ਼ਿਸ਼ ਕੀਤੀ ਹੈ ਰਹਾਉ ਦੇ ਬੰਦ ਅੰਦਰ, ਤੇ ਇਹਨਾਂ 2 ਪਦਿਆਂ 'ਚ ਆਓ ਵਿਚਾਰਾਂ ਦੀ ਪ੍ਰਰੰਭਤਾ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰੀਏ। ਪਿਆਰ ਸਹਿਤ ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ, ਤੂੰ ਮਨ ਹਰ ਜੀਓ, ਤੂੰ ਮਨ ਸੂਖ। ਅੱਖ ਲੱਗੇ ਮਨ ਜੇ ਤੂੰ ਹਰੀ ਨੂੰ ਆਪਣੇ ਅੰਦਰ ਵਸਾ ਲੈ, ਤੇ ਕਹਿਣ ਲੱਗੇ ਸੁਖੀ ਹੋ ਜਾਏਗਾ। ਨਾਮ ਵਿਸਾਰ ਸਹਿ ਜਮ ਦੁਖ, ਜੇ ਤੂੰ ਨਾਮ ਨੂੰ ਵਿਸਾਰ ਦਿੱਤਾ ਤੇ ਤੈਨੂੰ ਜਮਾਂ ਦੇ ਦੁੱਖ ਸਹਿਣੇ ਪੈਣਗੇ। ਹਜ਼ੂਰ ਆਖਦੇ 2 ਗੱਲਾਂ ਨੇ, ਜਾਂ ਤੇ ਰੱਬ ਨੂੰ ਧਿਆਇਆ ਕਰ ਤੇ ਸੁਖੀ ਹੋਏਗਾ, ਤੇ ਜੇ ਤੂੰ ਉਹਨੂੰ ਭੁਲਾ ਦਿੱਤਾ ਤੇ ਦੁਖੀ ਹੋਏਗਾ। ਤੇ ਦੁੱਖ ਜਿਹੜੇ ਨੇ ਉਹ ਜਮਾਂ ਦੇ ਨੇ, ਉਹ ਤੈਨੂੰ ਸਹਿਣੇ ਪੈਣੇ ਨੇ। ਤੇ ਅਸੀਂ ਇਹ ਜਾਣੀਏ ਕਿ ਅਸਲ ਵਿੱਚ ਮਨ ਹੈ ਤੇ ਉਹਦਾ ਸਰੂਪ ਜੇ ਪਹਿਚਾਨ ਕਰੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਾਹਿਬ ਨੇ ਬਾਣੀ ਚ ਆਖਿਆ, ਮਹਾਰਾਜ ਕਹਿੰਦੇ ਤੇਰਾ ਜਿਹੜਾ ਆਪਣਾ ਰੂਪ ਹੈ ਉਹ ਇਹ ਹੈ ਕਿ ਤੂੰ ਜੋਤ ਸਰੂਪ ਹੈ। ਭਾਵ ਤੇਰੇ ਅੰਦਰ ਉਸ ਪਿਆਰੇ ਦੀ ਜੋਤ ਹੈ, ਇਸ ਕਰਕੇ ਤੂੰ ਆਪਣਾ ਜਿਹੜਾ ਮੂਲ ਹੈ ਉਹਦੀ ਪਹਿਚਾਣ ਕਰ। ਮੂਲ ਦਾ ਮਤਲਬ ਹੈ ਜਿੱਥੋਂ ਆਰੰਭਤਾ ਹੋਈ, ਜਿੱਥੋਂ ਸ਼ੁਰੂਆਤ ਕੀਤੀ। ਤੇ ਮਨੁੱਖ ਨੇ ਸ਼ੁਰੂਆਤ ਕਿੱਥੋਂ ਕੀਤੀ ਹੈ? ਮਾਤ ਗਰਭ ਮੈਂ ਆਪਨ ਸਿਮਰਨ ਦੇ, ਤੈਂ ਤੁਮ ਰਾਖਣਾ ਰੇ। ਸਤਿਗੁਰ ਜੀ ਨੇ ਕਿਰਪਾ ਕੀਤੀ। ਮਹਾਰਾਜ ਕਹਿੰਦੇ ਆਰੰਭਤਾ ਕਿੱਥੋਂ ਕੀਤੀ ਹੈ? ਮਾਂ ਦੇ ਗਰਭ ਵਿੱਚੋਂ। ਉੱਥੇ ਆਪਣਾ ਸਿਮਰਨ ਦਿੱਤਾ, ਆਪਣੀ ਯਾਦ ਦਿੱਤੀ, ਆਪਣਾ ਪ੍ਰੇਮ ਦਿੱਤਾ, ਤੇ ਇਹ ਆਖਿਆ ਤੂੰ ਉੱਥੇ ਰੱਖਣ ਵਾਲਾ ਹੈ। ਤੇ ਇਹ ਨਹੀਂ, ਜਿਸ ਵੇਲੇ ਤੈਨੂੰ ਉਹਨੇ ਆਪਣਾ ਸਿਮਰਨ ਦਿੱਤਾ, ਆਪਣੀ ਯਾਦ ਦਿੱਤੀ, ਤੇ ਕਹਿਣ ਲੱਗੇ ਜਿਉਂ-ਜਿਉਂ ਤੂੰ ਇਸ ਸੰਸਾਰ ਅੰਦਰ ਵਿਚਰਦਾ ਗਿਆ, ਤਿਉਂ-ਤਿਉਂ ਤੂੰ ਉਸ ਪਿਆਰੇ ਨੂੰ ਭੁੱਲਦਾ ਗਿਆ। ਤੇ ਜਿਉਂ-ਜਿਉਂ ਉਸ ਪਿਆਰੇ ਨੂੰ ਭੁੱਲਿਆ, ਤੇ ਉੱਥੇ ਮਹਾਰਾਜ ਨੇ ਸ਼ਬਦ ਵਰਤਿਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਤੇ ਸਾਹਿਬ ਕਹਿੰਦੇ ਮੈਲ ਲੱਗਦੀ ਗਈ, ਕਿਉਂਕਿ ਸੁਭਾਵਕ ਹੈ। ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਪ੍ਰੀਜੈ ਜੀ। ਹਜ਼ੂਰ ਕਹਿੰਦੇ ਜੇ ਚੰਗੇ ਭਾਗ ਗੁਰੂ ਨਾਨਕ ਨੇ ਬਣਾਏ ਸਨ, ਜੇ ਸਿੱਖ ਘਰ ਪੈਦਾ ਹੋਇਆ ਸੀ, ਜੇ ਸਿੱਖ ਕੌਰ ਨਾਮ ਰੱਖਿਆ ਸੀ, ਤੇ ਉੱਥੇ ਸਭ ਤੋਂ ਪਹਿਲਾਂ ਤੇਰੀ ਸੰਗਤ ਹੋਣੀ ਚਾਹੀਦੀ ਸੀ। ਜਿਸ ਵੇਲੇ ਸੰਗਤ ਨਾਲੋਂ ਟੁੱਟਿਆ, ਉਸ ਵੇਲੇ ਮੈਲ ਪਾਲੂ ਦੀ ਗਈ। ਇੱਕ ਪਾਸੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇੱਕ ਪਾਸੇ ਆਖਿਆ ਜਨਮ ਜਨਮ ਕੀ ਇਸ ਮਨ ਕੋ ਮਣ ਲਾਗੀ, ਕਾਲਾ ਹੁਆ ਸਿਆ। ਇਹਦੀ ਮੈਲ ਇਹਨੇ ਆਪਣੇ ਤੇ ਚੜਾਈ। ਉਹ ਵਿਸ਼ੇ ਵਿਕਾਰਾਂ ਦੀ, ਨਫ਼ਰਤ ਦੀ, ਈਰਖਾ ਦੀ ਇਹ ਮੈਲ
ਬੰਦੇ ਦੇ ਮਨ ਤੇ ਦਿਨੋਂ ਦਿਨ ਚੜ੍ਹਦੀ ਗਈ, ਸੁਖੀ ਕਿਵੇਂ ਹੋਏਗਾ? जन्म जन्म की इस मन को मन लागी, काला हुआ सिया खलनी धोती उजली न होवै, जे 100 धोवण पा। कहन लगे 100 पा भी दिती जाए ना, जिहड़ी खलनी च नीर फेरदे आ कोलू च, ਉਹ ਥੰਦੇ ਨਾਲ ਮਿੱਟੀ ਨਾਲ ਘੱਟੇ ਨਾਲ ਕਾਲੀ ਹੋ ਜਾਂਦੀ ਹੈ। ਹੁਣ ਉਹਦੇ ਤੋਂ ਉਹ ਥੰਦਾ ਉਹ ਮਿੱਟੀ ਲੈਂਦੀ ਨਹੀਂ। ਕਹਿਣ ਲੱਗੇ ਉਜਲੀ ਨਹੀਂ ਹੋ ਸਕਦੀ ਜੇ 100 ਵਾਰ ਵੀ ਧੋਤਾ ਜਾਏ। ਪਰ ਇੱਧਰ ਜੇ ਮਨ ਨੂੰ ਗੁਰੂ ਸ਼ਬਦ ਨਾਲ ਧੋ ਲਿਆ ਜਾਏ, ਕਹਿਣ ਲੱਗੇ ਮੱਤ ਉਲਟ ਹੋ ਜਾਂਦੀ ਹੈ, ਬਦਲ ਜਾਂਦੀ ਹੈ, ਇਹ ਗੁਰੂ ਵਾਲੇ ਪਾਸੇ ਤੁਰ ਪੈਂਦੀ ਹੈ। ਫਿਰ ਤੇ ਕੋਈ ਹੱਲ ਹੈ ਜੇ ਇਹ ਤੁਰ ਪਏ। ਤੂੰ ਮਨ ਹਰ ਜੀਓ, ਤੂੰ ਮਨ ਸੁਖ। ਅੱਖ ਲੱਗੇ ਤੂੰ ਹੈ ਹੀ ਉਹਦਾ ਰੂਪ, ਅੱਖ ਲੱਗੇ ਤੂੰ ਹੈ ਹੀ ਹਰੀ ਦਾ ਮੰਦਰ। ਇਹ ਸਰੀਰ ਜਿਸ ਮਾਲਕ ਨੇ ਪੈਦਾ ਕੀਤਾ, ਉਹਨੇ ਬਣਾਇਆ ਹੀ ਇਹਨੂੰ ਹਰ ਮੰਦਰ ਹੈ। ਉਹਨੇ ਇਹ ਜਿਹੜਾ ਭਾਂਡਾ ਸਾਜਿਆ ਉਹ ਬੜਾ ਪਵਿੱਤਰ ਹੈ। ਤੇ ਇਸ ਭਾਂਡੇ ਅੰਦਰ ਕਹਿਣ ਲੱਗੇ ਗੁਰੂ ਦੀ ਮੱਤ ਪਾਉਣੀ ਸੀ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਅੱਛਾ ਹੋਏ ਸੀ। ਤੈਨੂੰ ਗੁਰੂ ਕੋਲ ਆਣ ਕੇ ਸੋਝੀ ਮਿਲਣੀ ਸੀ, ਇਸ ਦੁਆਰੇ ਤੇ ਆਣ ਕੇ ਤੂੰ ਨਿਰਮਲ ਹੋ ਜਾਣਾ ਸੀ, ਸੋਹਣਾ ਹੋ ਜਾਣਾ ਸੀ। ਪਰ ਤੂੰ ਇਸ ਭਾਂਡੇ 'ਚ ਉਹ ਵਸਤੂ ਨਹੀਂ ਪਾਈ। ਇਸ ਬਰਤਨ 'ਚ, ਇਸ ਹਿਰਦੇ ਅੰਦਰ ਹੋਰ ਬਹੁਤ ਕੁਝ ਤੂੰ ਇੱਧਰੋਂ ਉੱਧਰੋਂ ਪਾ ਲਿਆ, ਪਰ ਗੁਰੂ ਦਾ ਨਾਮ ਇਹਦੇ 'ਚ ਨਹੀਂ ਟਿਕਾਇਆ। ਸੁਖ ਕਿਵੇਂ ਆਏਗਾ? ਨਾਮ ਵਿਸਾਰ, ਨਾਮ ਨੂੰ ਵਿਸਾਰ ਕੇ, ਨਾਮ ਨੂੰ ਭੁਲਾ ਕੇ, ਸਹੇ ਜਮ ਦੁਖ। ਕਹਿਣ ਲੱਗੇ ਜਮਾਂ ਦੇ ਦੁੱਖ ਸਹਿੰਦਾ ਹੈ। ਕਦੇ ਤੈਨੂੰ ਆਪਣੇ ਪਿੱਛੇ ਕ੍ਰੋਧ ਨੇ ਲਾ ਲਿਆ, ਕਦੇ ਆਪਣੇ ਪਿੱਛੇ ਲੋਭ ਨੇ ਲਾ ਲਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਅਸੀਂ 400 ਸਾਲਾ ਪ੍ਰਕਾਸ਼ ਪੁਰਬ ਮਨਾ ਕੇ ਹਟੇ ਹਾਂ। ਸਾਹਿਬ ਨੇ ਬੜੀ ਪਿਆਰੀ ਬਾਤ ਇੱਕ ਬਾਣੀ ਚਾਕੀ। ਹਜ਼ੂਰ ਕਹਿੰਦੇ ਦੁੱਖ ਸੁੱਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ। ਸਾਹਿਬ ਕਹਿੰਦੇ ਜਿਹੜਾ ਗੁਰੂ ਕਾ ਸਿੱਖ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰੇਮ ਕਰਨ ਵਾਲਾ ਹੈ, ਉਹ ਆਪਣੇ ਜੀਵਨ ਅੰਦਰ ਸਟੇਬਲ ਹੋ ਜਾਂਦਾ ਹੈ, ਇਕਸਾਰ ਹੋ ਜਾਂਦਾ ਹੈ। ਦੁੱਖ ਤੇ ਸੁੱਖ ਉਹਨੇ ਬਰਾਬਰ ਕਰਕੇ ਮੰਨ ਲੈ। ਉਹਨੂੰ ਇਹ ਸਮਝ ਆ ਗਈ ਕਿ ਦੁੱਖ ਸੁੱਖ ਜਿਹੜੇ ਨੇ ਇਹ ਦਰ ਦੇ ਕੱਪੜੇ ਨੇ। ਇਸ ਮਨੁੱਖਾ ਜੀਵਨ 'ਚ ਰਹਿੰਦਿਆਂ ਉਹਨੂੰ ਕਦੇ ਦੁਖੀ ਹੋਣਾ ਪਏਗਾ, ਕਦੇ ਸੁਖੀ ਹੋਣਾ ਪਏਗਾ। ਪਰ ਇੱਕ ਉਹ ਤਾਕਤ ਸਮਰੱਥਾ ਗੁਰੂ ਕੀ ਬਾਣੀ ਦੀ ਹੈ ਜਿਹੜੀ ਤੇਰੇ ਮਨ ਨੂੰ ਸਥਿਰ ਕਰ ਦਿੰਦੀ ਹੈ, ਡੋਲਣ ਨਹੀਂ ਦਿੰਦੀ। ਨਹੀਂ ਤੇ ਸਾਡਾ ਦੁੱਖ ਤੇ ਸੁੱਖ ਵੀ ਨਾ ਕਿਸੇ ਦੂਜੇ ਤੇ ਨਿਰਭਰ ਕਰਦਾ ਹੈ। ਕੋਈ ਕੁਝ ਕਹਿ ਜਾਏ ਤੇ ਬੰਦਾ ਕਹਿੰਦਾ ਮੈਂ ਦੁਖੀ ਹੋ ਗਿਆ, ਮੈਨੂੰ ਉਹਨੇ ਆਹ ਗੱਲ ਕਹਿ ਦਿੱਤੀ। ਕੋਈ ਤਾਰੀਫ ਕਰ ਜਾਏ, ਕੋਈ ਮਾਣ ਦੇਵੇ, ਸਨਮਾਨ ਦੇ, ਬੰਦਾ ਖੁਸ਼ ਹੋ ਜਾਂਦਾ, ਮੈਨੂੰ ਉਹਨੇ ਆਹ ਦਿੱਤਾ ਸੀ ਤਾਂ ਮੈਂ ਖੁਸ਼ ਹੋ ਗਿਆ। ਉਹਨੇ ਆਖਿਆ ਸੀ ਤੂੰ ਬੜਾ ਭਲਾ ਹੈ। ਪਰ ਸਾਹਿਬ ਕਹਿੰਦੇ ਇਹ ਤੇ ਉਹ ਦੁੱਖ ਸੁੱਖ ਹੈ ਜਿਹੜਾ ਕਿਸੇ ਦੂਜੇ ਤੇ ਨਿਰਭਰ ਹੈ ਕਿ ਮੈਨੂੰ ਉਹਨੇ ਇੱਦਾਂ ਕਹਿ ਦਿੱਤਾ ਜੀ, ਦੁਖੀ ਹੋ ਗਿਆ। ਉਹ ਇੱਦਾਂ ਕਹਿ ਦੇਗਾ ਸੁਖੀ ਹੋ ਜਾਏਗਾ। ਪਰ ਗੁਰੂ ਕਾ ਸਿੱਖ ਇਹ ਵੇਖਦਾ ਕਿ ਮੈਂ ਗੁਰੂ ਕੇ ਦਰਸਾਏ ਰਾਹ ਤੇ ਤੁਰ ਰਿਹਾ ਕਿ ਨਹੀਂ, ਕਿਉਂਕਿ ਮੇਰੇ ਵਾਸਤੇ ਸਭ ਤੋਂ ਵੱਡਾ ਦੁੱਖ ਤੇ ਸੁੱਖ ਇਹੋ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਪਸ਼ਟ ਆਖਿਆ ਤੂੰ ਮਨ ਹਰ ਜੀਓ, ਤੂੰ ਮਨ ਸੁਖ। ਹਰੀ ਵਾਲੇ ਪਾਸੇ ਤੁਰੇਗਾ ਤੇ ਮਨ ਸੁਖੀ ਹੋ ਜਾਏਗਾ। ਨਾਮ ਵਿਸਾਰ
जे ਉਹਨੂੰ ਭੁੱਲ ਜਾਏਗਾ ਤੇ ਸਹੇ ਜਮ ਦੁੱਖ ਤੇ ਦੁੱਖ ਨੇ। ਤੇ ਅਸੀਂ ਰੋਜ਼ ਪੜ੍ਹਦੇ ਹਾਂ, ਜੇ ਤੇ ਤੂੰ ਚੇਤੇ ਵਿੱਚ ਆਵੇਂ ਤੇ ਸੁਖੀ ਆ, ਜੇ ਵਿਸਰ ਜਾਏ, ਜੇ ਭੁੱਲ ਜਾਏ, ਜੇ ਤੇਰਾ ਖਿਆਲ ਵੀ ਮਨ ਵਿੱਚ ਚੇਤੇ ਵਿੱਚ ਨਾ ਆਵੇ ਤੇ ਕਹਿਣ ਲੱਗੇ ਦੁਖੀ ਆ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਮ। ਹੇ ਪਿਆਰੇ, ਮੈਂ ਤੈਨੂੰ ਆਖਦਾ ਹਾਂ, ਮੈਂ ਤੈਨੂੰ ਚੇਤੇ ਕਰ ਲਾਂ, ਮੈਂ ਆਪਣੀ ਜ਼ੁਬਾਨ ਤੋਂ ਕਹਿ ਦੇਵਾਂ ਧੰਨ ਗੁਰੂ ਰਾਮਦਾਸ, ਮੈਂ ਆਪਣੀ ਜ਼ੁਬਾਨ ਤੋਂ ਤੇਰਾ ਨਾਮ ਲੈ ਲਵਾਂ, ਮੈਂ ਤੇਰਾ ਸ਼ੁਕਰਾਨਾ ਕਰਦਿਆਂ, ਕੁਝ ਖਾਂਦਿਆਂ ਪਹਿਨਦਿਆਂ ਉੱਠਦਿਆਂ ਸੌਂਦਿਆਂ ਤੇ ਜੀਵਨ ਹੈ ਕਿ ਮੈਂ ਉਸ ਪਿਆਰੇ ਨੂੰ ਚੇਤੇ ਰੱਖਿਆ ਜਿਹਨੇ ਮੈਨੂੰ ਸਾਰਾ ਕੁਝ ਦਿੱਤਾ ਹੈ। ਪਰ ਮੈਂ ਸਾਰਾ ਕੁਝ ਹੰਡਾਉਂਦਿਆਂ, ਸਾਰਾ ਕੁਝ ਪਹਿਨਦਿਆਂ ਖਾਂਦਿਆਂ ਜੇ ਤੈਨੂੰ ਭੁਲਾ ਦਿਆਂ, ਇਹ ਦੌੜਾ ਨਹੀਂ ਚਾਹੀਦਾ। ਸਤਿਗੁਰ ਨੇ ਕਿਰਪਾ ਕੀਤੀ, ਮਹਾਰਾਜ ਨੇ ਸ੍ਰੀ ਰਾਗ ਦੇ ਸ਼ਬਦ ਅੰਦਰ ਗੁਰੂ ਨਾਨਕ ਸਾਹਿਬ ਮੋਤੀ ਤਾਂ ਮੰਦਰ ਊਸਰੈ ਰਤਨੀ ਤਾਂ ਹੋਏ ਜੜਾਓ। ਕੋਈ ਮਨਾਹੀ ਥੋੜ੍ਹੀ ਹੈ, ਜਿੰਨਾ ਮਰਜ਼ੀ ਕਹਿ ਲਗੇ ਧਨ ਦੌਲਤ ਹੋਵੇ, ਮੋਤੀਆਂ ਦੇ ਮਹਿਲ ਹੋਣ, ਰਤਨਾਂ ਨਾਲ ਜੜੇ ਹੋਣ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਉਹਨਾਂ ਨੂੰ ਕਸਤੂਰ ਨਾਲ, ਕੁੰਗੂ ਨਾਲ, ਚੰਦਨ ਨਾਲ ਲਿਪਿਆ ਹੋਵੇ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਬਿਨਾ। ਤੇ ਸਾਹਿਬ ਨੇ ਆਖਿਆ ਇਹ ਸਾਰਾ ਕੁਝ ਤਾਂ ਭਲਾ ਹੈ ਜੇ ਤੂੰ ਚੇਤੇ ਚੋਂ ਨਾ ਵਿਸਰੇ। ਜੇ ਤੂੰ ਚੇਤੇ ਵਿੱਚ ਹੈ ਤੇ ਕਹਿਣ ਲੱਗੇ ਸਾਰਾ ਕੁਝ ਪ੍ਰਵਾਨ ਹੈ, ਪਰ ਐਸਾ ਨਾ ਹੋਵੇ ਕਿ ਮੈਨੂੰ ਇਹ ਸਾਰਾ ਕੁਝ ਵੇਖ ਕੇ ਤੂੰ ਭੁੱਲ ਜਾਏ। ਮੈਂ ਇਹ ਆਖਾਂ ਕਿ ਮੇਰੇ ਕੋਲ ਤੇ ਸਾਰਾ ਕੁਝ, ਮੈਨੂੰ ਤੇ ਕਿਸੇ ਚੀਜ਼ ਦੀ ਲੋੜ ਹੀ ਨਹੀਂ। ਪਰ ਜੇ ਇੱਦਾਂ ਹੋ ਗਿਆ ਤੇ ਗੁਰੂ ਕੀ ਬਾਣੀ ਆਖਦੀ, ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ। ਖਾਲੀ ਹੁੰਦੇ ਨੇ ਅਸਲ 'ਚ। ਹੁਣ ਆਪਣੇ ਆਪ ਜੋ ਕਹਿਣਗੇ ਸਾਡੇ ਕੋਲ ਤੇ ਬਹੁਤ ਕੁਝ ਹੈ, ਬੇਸ਼ੁਮਾਰ ਦੌਲਤ ਹੈ। ਜਿਨ ਕੈ ਪੱਲੇ ਤੂੰ ਵਸੈ ਤੇ ਦਰ ਗੁਣੀ ਗਹੀਰ। ਪਰ ਜਿਨ੍ਹਾਂ ਦੇ ਪੱਲੇ ਸਾਹਿਬ ਕਹਿੰਦੇ ਤੂੰ ਵਸਦਾ ਹੈ, ਜਿਨ੍ਹਾਂ ਦੇ ਚੇਤੇ 'ਚ ਤੂੰ ਹੈ, ਉਹ ਗੁਣੀ ਗਹੀਰ ਨੇ। ਉਹਨਾਂ ਵਰਗਾ ਅਮੀਰ ਕੋਈ ਨਹੀਂ, ਉਹਨਾਂ ਵਰਗੀ ਦੌਲਤ ਕਿਸੇ ਕੋਲ ਨਹੀਂ। ਹਜ਼ੂਰ ਕਿਰਪਾ ਕਰਦੇ ਪਹਿਲੇ ਬੰਦ 'ਚ ਹੱਠ ਕਰ ਮਰੈ ਨਾ ਲਿਖੈ ਪਾਵੈ। ਹੇ ਮੇਰੇ ਮਨ, ਇਹ ਬੜਾ ਸੌਖਾ ਰਾਹ ਸੀ ਕਿ ਉਹਨੂੰ ਪਿਆਰੇ ਨੂੰ ਚੇਤੇ 'ਚ ਰੱਖਣਾ, ਉਹਦੇ ਗੁਣ ਗਾਉਣੇ, ਉਹਦੀ ਸਿਫਤ ਸਲਾਹ ਕਰਨੀ ਤੇ ਆਪਣੇ ਜੀਵਨ 'ਚ ਕਿਰਤ ਕਰਨੀ, ਵੰਡ ਕੇ ਛਕਣਾ, ਨਾਮ ਜਪਣਾ ਬੜਾ ਸੌਖਾ ਸੀ। ਪਰ ਤੂੰ ਹੱਠ ਕਰਨ ਵਾਲੇ ਪਾਸੇ ਜਦੋਂ ਤੁਰ ਪਿਆ ਨਾ, ਹੱਠ ਦਾ ਮਤਲਬ ਕੀ ਹੈ ਕਿ ਆਹ ਕਰਮ ਏਦਾਂ ਕਰਨਾ ਹੀ ਕਰਨਾ ਹੈ, ਹਰ ਵੇਲੇ ਹਰ ਰੋਜ਼ ਕਰਨਾ ਹੈ। ਤੇ ਹਜ਼ੂਰ ਨੇ ਆਖਿਆ ਹੱਠ ਕਰ ਮਰੈ। ਤੂੰ ਉਸ ਹੱਠ ਵਾਸਤੇ ਮਰਨ ਤੱਕ ਜਾਣਾ ਹੈ ਕਿ ਆਹ ਜਿਹੜਾ ਨੇਮ ਹੈ ਇਹਨੂੰ ਨਿਭਾਉਣਾ ਹੀ ਨਿਭਾਉਣਾ ਹੈ, ਨਾ ਲੇਖੈ ਪਾਵੇ। ਪਰ ਇਹ ਵੇਖ ਕੇ ਉਹ ਪਿਆਰੇ ਦੇ ਧਿਆਨ 'ਚ ਇਹ ਹੈ ਕਿ ਨਹੀਂ ਹੈ, ਉਹਦੇ ਲੇਖੇ 'ਚ ਇਹ ਗੱਲ ਹੈ ਕਿ ਨਹੀਂ, ਇਹ ਤੇਰਾ ਕਰਮ ਪ੍ਰਵਾਨ ਹੋ ਰਿਹਾ ਕਿ ਨਹੀਂ ਹੋ ਰਿਹਾ। ਤੇ ਕਹਿਣ ਲੱਗੇ ਕਿੰਨੇ ਵੱਡੇ ਵੱਡੇ ਹੱਠ ਬੰਦਾ ਕਰਦਾ ਹੈ। ਵੇਸ ਕਰੈ ਬਹੁ ਭਸਮ ਲਗਾਵੇ। ਜਿਸ ਸਰੀਰ ਤੇ ਬੰਦਾ
ਮੈਲ ਨਹੀਂ ਲੱਗਣ ਦਿੰਦਾ। ਧਰਮ ਦੇ ਨਾਂ ਤੇ ਕਹਿਣ ਲੱਗੇ ਉਹਦੇ ਤੇ ਸਵਾਹ ਵੀ ਪਾ ਲੈਂਦਾ ਹੈ, ਭਸਮ ਵੀ ਲਗਾ ਲੈਂਦਾ। ਪਤਾ ਨਹੀਂ ਕਿੰਨੇ ਕਿੰਨੇ ਵੇਸ ਬੰਦਾ ਧਾਰਨ ਕਰਦਾ ਹੈ। ਜਿਸ ਸਰੀਰ ਨੂੰ ਉਹ ਸਵਾਰ ਕੇ ਸ਼ਿੰਗਾਰ ਕੇ ਰੱਖਦਾ ਹੈ, ਪਰ ਜਿਸ ਵੇਲੇ ਹੱਠ ਦੀ ਗੱਲ ਆਏ ਤੇ ਹਜ਼ੂਰ ਕਹਿੰਦੇ ਉਹ ਉਹਦੇ ਤੇ ਭਸਮ ਵੀ ਲਗਾ ਲੈਂਦਾ ਹੈ, ਉਹਦੇ ਤੇ ਸਵਾਹ ਮਲ ਲੈਂਦਾ ਹੈ। ਉਹ ਸੰਸਾਰ ਨੂੰ ਛੱਡ ਕੇ ਹੋਰਨਾਂ ਪਾਸਿਆਂ ਵੱਲ ਤੁਰ ਪੈਂਦਾ ਹੈ। ਹੱਠ ਕਰ ਮਰੈ ਨਾ ਲੇਖੈ ਪਾਵੈ, ਵੇਸ ਕਰੈ ਬਹੁ ਭਸਮ ਲਗਾਵੈ। ਹੁਣ ਇਹਨਾਂ ਕੁਝ ਕੀਤਾ ਸੁਖੀ ਹੋ ਜਾਂਦਾ, ਕਿਉਂਕਿ ਉਹਨੇ ਤੇ ਆਖਿਆ ਸੀ ਮੈਂ ਸੰਸਾਰ ਛੱਡਿਆ, ਮੈਂ ਗ੍ਰਸਥ ਛੱਡਿਆ, ਮੈਂ ਕੰਮਕਾਰ ਛੱਡੇ ਨੇ, ਮੇਰਾ ਹੁਣ ਧਿਆਨ ਕੇਵਲ ਰੱਬ ਵਾਲੇ ਪਾਸੇ ਹੈ। ਮੈਂ ਭਸਮ ਲਗਾਉਣੀ ਹੈ, ਮੈਂ ਜੰਗਲਾਂ ਬੇਲਿਆਂ 'ਚ ਚਲੇ ਜਾਣਾ ਹੈ। ਹੁਣ ਮੇਰਾ ਧਿਆਨ ਕੇਵਲ ਰੱਬ ਵਾਲੇ ਪਾਸੇ ਹੈ। ਤੇ ਸਾਰਿਆਂ ਤੋਂ ਸੁਖੀ ਹੋਣਾ ਸੀ ਨਾ ਉਹਨੇ, ਪਰ ਦੁੱਖ ਉੱਥੇ ਵੀ ਨੇ। ਤੇ ਸਾਹਿਬ ਕਹਿੰਦੇ ਕਿਉਂ ਹੋਇਆ ਏਦਾਂ? ਨਾਮ ਵਿਸਾਰ ਬਹੁਰ ਪਛਤਾਵੈ, ਕਿਉਂਕਿ ਜਿਹਨੂੰ ਚੇਤੇ ਕਰਨਾ ਸੀ ਉਹਨੂੰ ਤੇ ਕੀਤਾ ਹੀ ਨਹੀਂ। ਤੇ ਹਜ਼ੂਰ ਨੇ ਵੇਖੋ ਕਿੰਨਾ ਪਿਆਰਾ ਸਮਝਾਇਆ, ਕਹਿਣ ਲੱਗੇ ਗੁਰੂ ਕਾ ਸਿੱਖ ਨਿਤਨੇਮ ਕਰੇ। ਜਿੱਦਾਂ ਹੋਰ ਹੋਰ ਕਰਮ, ਹੋਰ ਹੋਰ ਕੰਮ ਉਹ ਹਰ ਰੋਜ਼ ਕਰਦਾ ਹੈ, ਇੱਦਾਂ ਉਹ ਨਿਤਨੇਮ ਕਰੇ। ਤੇ ਜਿਸ ਵੇਲੇ ਜਪਜੀ ਪੜ੍ਹੇਗਾ ਤਾਂ ਉਹਨੂੰ ਉਹਦਾ ਨਾਮ ਚੇਤੇ ਆਏਗਾ। ਇੱਕ ਓੰਕਾਰ, ਉਹ ਪਿਆਰਾ ਇੱਕ ਹੈ, ਹਰ ਜ਼ਰੇ ਜ਼ਰੇ ਵਿੱਚ ਉਹਦਾ ਵਾਸਾ ਹੈ। ਉਹਦਾ ਨਾਮ ਸੱਚਾ ਹੈ, ਉਹ ਕਰਤਾ ਪੁਰਖ ਹੈ, ਉਹ ਨਿਰਭਉ ਹੈ, ਨਿਰਵੈਰ ਹੈ। ਉਹਦੀ ਕਿਰਪਾ ਹੋਵੇ ਤੇ ਉਹਦੇ ਨਾਲ ਮਿਲਿਆ ਜਾ ਸਕਦਾ ਹੈ। ਹਜ਼ੂਰ ਕਹਿੰਦੇ ਜਿਸ ਵੇਲੇ ਬਾਣੀ ਪੜ੍ਹੇਗਾ ਇਹਨੂੰ ਉਹ ਵਾਹਿਗੁਰੂ ਚੇਤੇ ਆਏਗਾ। ਤੇ ਇੱਕ ਦਿਨ ਐਸਾ ਆਏਗਾ ਜਿਸ ਦਿਨ ਇਹਦਾ ਰਸ ਬਣ ਜਾਏਗਾ, ਇਹਨੂੰ ਬਾਣੀ 'ਚੋਂ ਆਨੰਦ ਆਏਗਾ। ਅੱਜ ਤੇ ਇਹ ਕੇਵਲ ਫਰਜ਼ ਸਮਝਦਾ ਹੈ ਕਿ ਮੈਂ ਕੇਵਲ ਗੁਰਦੁਆਰੇ ਸਾਹਿਬ ਜਾ ਕੇ ਉੱਥੇ ਸਿਰ ਝੁਕਾ ਕੇ ਵਾਪਸ ਆ ਜਾਣਾ ਹੈ। ਪਰ ਜਿਸ ਦਿਨ ਇਹਨੂੰ ਰਸ ਆਏਗਾ ਉਸ ਦਿਨ ਉਹ ਸਮਾਂ ਨਿਯਤ ਕਰ ਲਏਗਾ ਕਿ ਮੈਂ ਇੰਨਾ ਸਮਾਂ ਜੇ ਘਰ ਵਿੱਚ ਪਾਠ ਕੀਤਾ ਹੈ ਤੇ ਜਿਹੜਾ ਪ੍ਰਬੰਧ ਕੀਤਾ ਗਿਆ ਕਿ ਗੁਰੂ ਕੇ ਸਿੱਖ ਇੱਥੇ ਗੁਰੂ ਕੀ ਬਾਣੀ ਦਾ ਕੀਰਤਨ ਕਰਦੇ ਨੇ, ਮੈਂ ਆਣ ਕੇ ਆਸਾ ਕੀ ਵਾਰ ਸੁਣਨੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਸਾ ਕੀ ਵਾਰ ਅੰਦਰ ਰੋਜ਼ ਉਪਦੇਸ਼ ਕਰਦੇ ਨੇ। ਉਹਦਾ ਸੰਬੰਧ, ਉਹਦਾ ਤਾਲੁਕਾਤ ਮੇਰੇ ਜੀਵਨ ਨਾਲ ਹੈ। ਗੁਰੂ ਕੀ ਬਾਣੀ ਦੀ ਵਿਚਾਰ ਦਾ ਉਪਰਾਲਾ ਕੀਤਾ ਗਿਆ। ਮੈਂ ਯਤਨ ਕਰਨਾ ਹੈ ਜਿਸ ਵੇਲੇ ਆਰੰਭਤਾ ਹੁੰਦੀ ਹੈ ਤਾਂ ਕਿ ਮੈਨੂੰ ਸਮਝ ਪਏ ਕਿ ਅਸੀਂ ਕਿੱਥੋਂ ਵਿਚਾਰ ਕਰ ਰਹੇ ਹਾਂ ਤੇ ਗੁਰੂ ਸਾਹਿਬ ਸਾਨੂੰ ਹਰ ਰੋਜ਼ ਕੀ ਸਮਝਾ ਰਹੇ ਨੇ। ਸਾਨੂੰ ਪਤਾ ਲੱਗੇ ਸਤਿਗੁਰ ਮੇਰਾ ਨੀਤ ਨਵਾਂ, ਰੋਜ਼ ਮਹਾਰਾਜ ਸਾਨੂੰ ਉਪਦੇਸ਼ ਕਰਦਾ ਹੈ। ਤੇ ਸਾਡੇ ਕੀਤੇ ਹੋਏ ਇਹ ਸਾਰੇ ਯਤਨ ਸੰਗਤ ਦੇ ਬੈਠਣ ਵਾਸਤੇ ਇਹ ਪ੍ਰਬੰਧ ਸਫਲ ਹੋ ਜਾਣਗੇ ਜਿਸ ਦਿਨ ਸਾਨੂੰ ਗੁਰੂ ਕੀ ਬਾਣੀ ਚੋਂ ਆਨੰਦ ਆਇਆ। ਕਹਿਣ ਲੱਗੇ ਇਹਨਾਂ ਕੁਝ ਕੀਤਾ, ਪਛਤਾਵਾ ਅਜੇ ਵੀ ਹੈ। ਕਿਉਂ? ਕਿਉਂਕਿ ਨਾਮ ਵਿਸਾਰ ਦਿੱਤਾ, ਚੇਤਾ ਭੁਲਾ ਦਿੱਤਾ। ਚੋਆ ਚੰਦਨ ਅਗਰ ਕਪੂਰ। ਹੁਣ ਮਨੁੱਖ ਆਖਦਾ ਕਿ ਮੈਂ ਕਿਸੇ ਦੇ ਕੋਲ ਖਲੋਵਾਂ ਤੇ ਉਹਦੇ ਕੋਲ ਖਲੋਤਿਆਂ ਮੇਰੇ ਚੋਂ ਸੋਹਣੀ ਸੁਗੰਧੀ ਆਵੇ, ਉਹਦੇ ਵਾਸਤੇ ਯਤਨ ਕਰਦਾ। ਚੋਆ ਚੰਦਨ ਅਗਰ ਕਪੂਰ, ਉਹ ਵਸਤੂਆਂ ਸਰੀਰ ਤੇ ਕੱਪੜਿਆਂ ਤੇ ਵਰਤਦਾ ਹੈ, ਇਤਰ ਹੈ, ਜਿਹਦੇ ਵਿੱਚੋਂ
ਸੁਗੰਧੀ ਆਵੇ। ਕੋਈ ਕੋਲ ਖਲੋਵੇ ਤੇ ਆਖੇ ਬੜੀ ਸੋਹਣੀ ਮਹਿਕ ਇਹਦੇ ਕੋਲੋਂ ਆਉਂਦੀ ਹੈ। ਮਾਇਆ ਮਗਨ ਪਰਮ ਪਦ ਦੂਰ, ਪਰ ਅੰਦਰ ਜਿਹੜਾ ਕਹਿ ਲਗੇ ਅੰਦਰਲਾ ਹੈ ਉਹ ਮਾਇਆ 'ਚ ਮਗਨ ਹੈ। ਅੱਛਾ, ਇਹ ਤੇ ਬੜੀ ਚੰਗੀ ਗੱਲ ਸੀ। ਉਹਨੇ ਬਾਹਰੋਂ ਸਵਾਰਿਆ, ਸ਼ਿੰਗਾਰਿਆ, ਉਹਦੇ ਜੀਵਨ 'ਚੋਂ, ਉਹਦੇ ਸਰੀਰ 'ਚੋਂ, ਉਹਦੇ ਕੱਪੜਿਆਂ 'ਚੋਂ ਬੜੀ ਸੋਹਣੀ ਮਹਿਕ ਆਉਂਦੀ ਹੈ। ਪਰ ਕਹਿਣ ਲੱਗੇ ਜੇ ਅੰਦਰਲਾ ਸਵਾਰਿਆ ਨਹੀਂ ਤੇ ਖਿਆਲ ਰੱਖੀ ਬਾਹਰੋਂ ਜਿੰਨੀ ਮਰਜ਼ੀ ਮਹਿਕ ਆਵੇ, ਪਰ ਜਿਹੜਾ ਜਾਣ ਵਾਲਾ ਹੈ, ਜਿਹੜਾ ਸਮਝਣ ਵਾਲਾ ਹੈ, ਉਹ ਕਹਿ ਦੇਗਾ ਕਿ ਇਹ ਮਨੁੱਖ ਕਿਸੇ ਕੰਮ ਦਾ ਨਹੀਂ ਹੈ, ਇਹਨੂੰ ਜ਼ਿੰਦਗੀ ਜਿਉਣੀ ਨਹੀਂ ਆਉਂਦੀ, ਇਹ ਉਹਦੇ ਰਾਹ ਤੋਂ ਖੁੰਝਿਆ ਹੋਇਆ ਹੈ, ਬੜੇ ਝਮੇਲੇ ਨੇ ਇਹਦੇ ਜੀਵਨ 'ਚ, ਇਹ ਕਿਸੇ ਕੰਮ ਦਾ ਨਹੀਂ ਹੈ। ਆਪਣੇ ਵੱਲੋਂ ਤੇ ਬੜਾ ਯਤਨ ਕੀਤਾ ਸੀ, ਪਰ ਇਹ ਸਾਰਾ ਕੀਤਾ ਹੋਇਆ ਯਤਨ ਕਿਸੇ ਅਰਥ ਨਹੀਂ। ਹਜ਼ੂਰ ਕਹਿੰਦੇ ਮਨ ਮਾਇਆ ਵਿੱਚ ਉਲਝਿਆ ਹੋਇਆ ਹੈ, ਤਾਂ ਕਰਕੇ ਉਹ ਪਰਮ ਪਦ ਤੋਂ ਜਿਹੜਾ ਗੁਰੂ ਕਿਰਦਾਰ ਬਖਸ਼ਦਾ ਹੈ, ਜਿਹਦੇ 'ਚੋਂ ਸੁਗੰਧੀ ਆਉਂਦੀ ਹੈ, ਜਿਹਦੇ 'ਚੋਂ ਮਹਿਕ ਆਉਂਦੀ ਹੈ ਕਿ ਇਹ ਗੁਰੂ ਨਾਨਕ ਦਾ ਸਿੱਖ ਹੈ, ਉਹ ਜੀਵਨ ਬੜੇ ਥੋੜ੍ਹੇ ਹਨ। ਤੇ ਜਿਹੜੇ ਕੇਵਲ ਬਾਹਰੀ ਤੌਰ ਤੇ ਭੇਖ ਵਿੱਚ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਉਹਨਾਂ ਦੀ ਗਿਣਤੀ ਬਹੁਤਾਂਤ ਵਿੱਚ ਹੈ। ਨਾਮ ਵਿਸਾਰਿਐ ਸਭ ਕੂੜੋ ਕੂਰ, ਇਹ ਚੋਆ ਚੰਦਨ ਮਹਾਰਾਜ ਕਹਿੰਦੇ ਕਿਸੇ ਅਰਥ ਨਹੀਂ। ਜੇ ਨਾਮ ਭੁਲਾਇਆ ਹੋਇਆ ਹੈ, ਸਭ ਕੂੜ ਹੈ, ਸਭ ਝੂਠ ਹੈ। ਨੇਜੇ ਵਾਜੇ ਤਖਤ ਸਲਾਮ, ਉਹ ਵੀ ਸਮਾਂ ਸੀ। ਬੰਦੇ ਨੇ ਆਖਿਆ ਕਿ 4 ਬੰਦੇ ਮੇਰੇ ਅੱਗੇ ਪਿੱਛੇ ਹੋਣੇ ਚਾਹੀਦੇ ਨੇ। ਕਈ ਮਨੁੱਖਾਂ ਦੇ ਜੀਵਨ 'ਚ ਉਹ ਸਮਾਂ ਵੀ ਆਉਂਦਾ, ਜਿਸ ਰਾਹਾਂ ਥਾਣੀ ਉਹ ਲੰਘਦਾ ਹੈ, ਸ਼ਹਿਨਾਈਆਂ ਵੱਜਣੀਆਂ ਚਾਹੀਦੀਆਂ ਨੇ, ਵਾਜੇ ਵੱਜਣੇ ਚਾਹੀਦੇ ਨੇ। ਬਾਦਸ਼ਾਹ ਆ ਰਿਹਾ ਹੈ, ਇਹ ਵੱਡਾ ਅਫਸਰ ਆ ਰਿਹਾ ਹੈ, ਉੱਥੇ ਸਵਾਗਤ ਵਾਸਤੇ ਕਹਿਣ ਲੱਗੇ ਭੇਰੀਆਂ, ਸ਼ਹਿਨਾਈਆਂ, ਵਾਜੇ ਵੱਜਣੇ ਚਾਹੀਦੇ ਨੇ। ਉਹਦੇ ਬੈਠਣ ਵਾਸਤੇ ਤਖਤ ਹੋਵੇ, ਵੱਖਰੀ ਜਗ੍ਹਾ ਬਣੀ ਹੋਵੇ, ਇਹਨੇ ਇੱਥੇ ਆਣ ਕੇ ਬੈਠਣਾ ਹੈ। ਉਹਨੂੰ ਸਲਾਮ ਕਰਨ ਵਾਲੇ ਬਹੁਤ ਸਾਰੇ ਲੋਕ ਹੋਣ, ਇੱਦਾਂ ਵੀ ਹੋਏਗਾ। ਅਦ ਕੀ ਤ੍ਰਿਸ਼ਨਾ ਵਿਆਪੈ ਕਾਮ, ਕਹਿਣ ਲੱਗੇ ਇਹਦੇ ਨਾਲ ਕੀ ਉਹਦਾ ਆਉਣਾ ਸਫਲ ਹੋ ਗਿਆ? ਬੰਦੇ ਨੇ ਯਤਨ ਕੀਤਾ, ਉਹਦੇ ਮਨ ਵਿੱਚ ਸੀ ਕਿ ਮੈਂ ਇਸ ਥਾਂ ਤੇ ਪਹੁੰਚਾਂ ਜਿੱਥੇ ਲੋਕ ਮੈਨੂੰ ਸਲਾਮ ਕਰਨ। ਤੇ ਨਿਰੰਕਾਰ ਦੀ ਬਣਾਈ ਇਸ ਦੁਨੀਆ 'ਚ ਬਹੁਤ ਐਸੇ ਲੋਕ ਨੇ ਜਿਨ੍ਹਾਂ ਨੂੰ ਸਲਾਮ ਹੁੰਦੀ ਹੈ, ਪਰ ਕਹਿੰਦੇ ਉਹਨਾਂ ਦੀ ਤ੍ਰਿਸ਼ਨਾ ਘਟ ਗਈ, ਉਹ ਸੁਖੀ ਹੋ ਗਏ ਨਹੀਂ, ਅਦੱਕੀ ਬਹੁਤ ਜ਼ਿਆਦਾ ਵੱਧ ਗਈ। ਉਹਨਾਂ ਨੇ ਆਖਿਆ ਮੈਂ ਹੋਰ ਇਹਦੇ ਤੋਂ ਅਗਾਂਹ ਜਾਣਾ ਹੈ। ਤੇ ਜਦੋਂ ਇਹ ਗੱਲ ਆਏਗੀ ਤੇ ਇੱਥੇ ਸਿਕੰਦਰ ਦੀ ਉਦਾਹਰਨ ਦਿੱਤੀ ਜਾਏਗੀ। ਉਹ ਜੇਤੂ ਸਮਰਾਟ ਹੈ, ਪਰ ਤ੍ਰਿਸ਼ਨਾ ਵੱਧ ਕੇ ਕਹਿਣ ਲੱਗਾ ਹਰੇਕ ਰਾਜ ਵਿੱਚ ਮੇਰਾ ਸਿੱਕਾ ਬੋਲਣਾ ਚਾਹੀਦਾ ਹੈ। ਜਿੰਨੇ ਵੀ ਐਸੇ ਸ਼ਾਸਕ ਹੋਏ, ਹਿਟਲਰ ਵਰਗਿਆਂ ਦਾ ਜ਼ਿਕਰ ਆਏਗਾ, ਉਹਨਾਂ ਕੋਲ ਬਹੁਤ ਕੁਝ ਹੈ। ਗੁਰੂ ਕੀ ਬਾਣੀ ਰਾਵਣ ਵਰਗਿਆਂ ਦਾ ਜ਼ਿਕਰ ਕਰੇਗੀ ਕਿ ਸੋਨੇ ਦੀ ਲੰਕਾ ਹੈ, ਇੰਨੇ ਨੌਕਰ ਚਾਕਰ ਨੇ, ਕਾਰ ਕਰਨ ਵਾਲੇ, ਪਰ ਕੀ ਸੰਤੁਸ਼ਟੀ ਆਈ ਹੈ? ਨਹੀਂ। ਜੇ ਸੰਤੋਖ ਤੇ ਸਬਰ ਆਉਣਾ ਨਾ, ਤੇ ਇਸੇ ਗੱਲ 'ਚ ਆ ਜਾਣਾ ਮਾਲਕਾ ਜੋ ਤੂੰ ਮੈਨੂੰ ਦਿੱਤਾ ਹੈ ਇਹਦੇ ਤੋਂ ਚੰਗਾ ਹੋਰ ਕੁਝ ਨਹੀਂ ਹੈ।
ਹੋ ਸਕਦਾ ਮੈਂ ਇਹਦੇ ਕਾਬਿਲ ਵੀ ਨਾ ਹੁੰਦਾ, ਪਰ ਤੂੰ ਮੈਨੂੰ ਇਹਦੇ ਕਾਬਿਲ ਕੀਤਾ, ਇਸ ਕਰਕੇ ਇਹ ਤੇਰੀ ਵਡਿਆਈ ਹੈ। ਹਜ਼ੂਰ ਕਿਰਪਾ ਕਰਦੇ, ਬਿਨ ਹਰ ਜਾਚੇ ਭਗਤ ਨਾ ਨਾਮ। ਉਸ ਪਿਆਰੇ ਨੂੰ ਜਾਚਿਆ, ਉਸ ਪਿਆਰੇ ਨੂੰ ਚੇਤੇ ਕੀਤੇ ਤੋਂ ਬਿਨਾਂ ਜ਼ਿੰਦਗੀ ਅੰਦਰ ਭਗਤੀ ਤੇ ਨਾਮ ਨਹੀਂ ਆਉਂਦਾ। ਵਾਦ ਅਹੰਕਾਰ ਨਾਹੀ ਪ੍ਰਭ ਮੇਲਾ। ਚੌਥੇ ਬੰਦ ਦੀ ਕਿਰਪਾ ਕੀਤੀ, ਕਹਿ ਲਗੇ ਤੇਰੇ ਜੀਵਨ 'ਚ ਝਗੜਾ ਹੈ, ਹੰਕਾਰ ਹੈ, ਏਦਾਂ ਉਹਦੇ ਨਾਲ ਮੇਲ ਨਹੀਂ ਹੋਣਾ। ਮਨ ਦੇ ਪਾਵੇ ਨਾਮ ਸੁਹੇਲਾ। ਜਦੋਂ ਤੂੰ ਆਪਣਾ ਉਹਨੂੰ ਮਨ ਸੌਂਪ ਦਿੱਤਾ, ਤੇਰਾ ਜੀਵਨ ਸੁਹੇਲਾ ਹੋ ਜਾਏਗਾ। ਦੂਜੇ ਭਾਏ ਅਗਿਆਨ ਦੁਹੇਲਾ। ਗੁਰੂ ਤੋਂ ਬਿਨਾਂ ਹੋਰ ਥਾਂ ਤੇ, ਹੋਰ ਜਗ੍ਹਾ ਤੇ ਦੂਸਰੇ ਭਾਏ, ਦੂਸਰੇ ਪ੍ਰੇਮ ਵਿੱਚ ਜੇ ਜੀਵਨ ਬਸਰ ਕਰ ਰਿਹਾ, ਤੇ ਮਹਾਰਾਜ ਕਹਿੰਦੇ ਅਗਿਆਨਤਾ ਨਹੀਂ ਮਿਟਣੀ, ਪਛਤਾਵਾ ਰਹਿਣਾ ਹੈ। ਇਸ ਕਰਕੇ ਅਰਦਾਸ ਕਰਿਆ ਕਰ, ਗੁਰੂ ਆਪਣੇ ਚਰਨਾਂ ਦਾ ਪ੍ਰੇਮ ਬਖਸ਼ੇ, ਬਾਣੀ ਦਾ ਕੋਟ ਆਸਰਾ ਬਖਸ਼ੇ, ਕੋਈਆਂ ਬੇਅੰਤ ਗੁਨਾਹਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।